ਤੋਂ ਸਵਾਗਤ ਹੈ ਤੁਹਾਡਾ ਗੁਰਪ੍ਰੀਤ ਕਲਾਸਿਸ ਦੇ ਵਿੱਚ। ਸੋ ਅੱਜ ਦਾ ਜੋ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਫਰੰਟ ਆਫਿਸ ਫਾਊਂਡੇਸ਼ਨ 2 ਦੇ ਵਿੱਚ ਟੌਪਿਕ ਹੈ ਰਿਜ਼ਰਵੇਸ਼ਨ। ਸੋ ਅੱਜ ਅਸੀਂ ਪੜਾਂਗੇ ਕਿ ਰਿਜ਼ਰਵੇਸ਼ਨ ਕੀ ਹੁੰਦੀ ਹੈ ਤੇ ਉਹਦੇ ਕੀ ਪ੍ਰੋਸੈਸ ਹਨ। ਇਹ ਸਾਰਾ ਅਸੀਂ ਅੱਜ ਪੜਨ ਜਾ ਰਹੇ ਹਾਂ। ਸੋ ਆਓ ਰਿਜ਼ਰਵੇਸ਼ਨ ਤੇ ਨਜ਼ਰ ਮਾਰਦੇ ਹਾਂ। ਜਿਵੇਂ ਕਿ ਲਿਖਿਆ ਆ ਰਿਹਾ ਕਿ ਕਹਿੰਦੇ ਨੇ ਰਿਜ਼ਰਵੇਸ਼ਨ ਇਜ਼ ਡਿਫਾਈਨਡ as blocking of room for a guest for particular period of time। मतलब कि ਕੁਝ ਸਮੇਂ ਦੇ ਲਈ ਗੈਸਟ ਦਾ ਰੂਮ ਭਾਵ ਕਿ ਹੋਟਲ ਦੇ ਵਿੱਚ ਜਿਹੜਾ ਰੂਮ ਆ ਉਹ ਕਿਸੇ ਗੈਸਟ ਦੇ ਲਈ ਬਲੋਕ ਕਰਨਾ ਪਾਰਟਿਕੂਲਰ ਪੀਰੀਅਡ ਆਫ ਟਾਈਮ, ਮਤਲਬ ਕਿ ਕੁਝ ਸਮੇਂ ਦੇ ਲਈ, ਕੁਝ ਦਿਨਾਂ ਦੇ ਲਈ, ਜਿੰਨੇ ਦਿਨਾਂ ਦੇ ਲਈ ਉਹ ਰਿਜ਼ਰਵੇਸ਼ਨ ਕਰਵਾ ਰਿਹਾ ਹੈ ਉਸ ਨੂੰ ਰਿਜ਼ਰਵੇਸ਼ਨ ਕਹਿੰਦੇ ਨੇ। It is beneficial for hotel to maximize room revenue and plan। ਇਹਦਾ ਕੀ ਬੈਨੀਫਿਟ ਆ ਰਿਜ਼ਰਵੇਸ਼ਨ ਕਰਨ ਦਾ? ਇਹ ਰੂਮ ਰੈਵਨਿਊ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਤੇ ਅੱਗੇ ਫਿਊਚਰ ਪਲਾਨ ਦੇ ਵਿੱਚ ਮਦਦ ਕਰਦਾ ਕਿ ਸਾਡੇ ਕਿੰਨੇ ਰੂਮ ਵਿਕਣੇ ਨੇ। ਅਗਰ ਗੈਸਟ ਨੇ ਰੂਮ ਬਲੌਕ ਕਰ ਲਿਆ ਤਾਂ ਮਤਲਬ ਉਹ ਵਿਕ ਗਿਆ। ਸੋ ਇਹ ਸਾਡਾ ਰੂਮ ਰੈਵਨਿਊ ਨੂੰ ਮੈਕਸੀਮਾਈਜ਼ ਵਧਾਉਣ ਦੇ ਵਿੱਚ ਮਦਦ ਕਰਦਾ ਤੇ ਨੈਕਸਟ ਪਲਾਨ ਬਣਾਉਣ ਦੇ ਵਿੱਚ ਮਦਦ ਕਰਦਾ ਕਿ ਅੱਗੇ ਅਸੀਂ ਕਿਸ ਤਰ੍ਹਾਂ ਰਿਜ਼ਰਵੇਸ਼ਨ ਲੈਣੀਆਂ, ਕਿੰਨੇ ਰੂਮਸ ਦੀ ਲੈਣੀਆਂ ਆ। The guest also benefits as he can get a secure place to stay and will not be in trouble during peak season time if rooms are not available at last moment। ਇਹ ਗੈਸਟ ਦੇ ਲਈ ਵੀ ਹੋਟਲ ਦੇ ਲਈ ਬੈਨੀਫੀਸ਼ੀਅਲ ਦੱਸਤਾ। ਹੁਣ ਗੈਸਟ ਦੇ ਲਈ ਕੀ ਬੈਨੀਫਿਟ ਆ ਕਿ ਉਹ ਇੱਕ ਸਿਕਿਉਰ ਪਲੇਸ ਤੋਂ ਭਾਵ ਹੈ ਕਿ ਹੋਟਲ ਦਾ ਰੂਮ ਉਹਦੇ ਲਈ ਬਹੁਤ ਸਿਕਿਉਰ ਹੁੰਦਾ ਕਿਉਂਕਿ ਉੱਥੇ ਸਿਕਿਉਰਿਟੀ ਵੀ ਪ੍ਰੋਵਾਈਡ ਹੁੰਦੀ ਆ, ਹਰ ਸੁਵਿਧਾ ਉੱਥੇ ਪ੍ਰੋਵਾਈਡ ਹੁੰਦੀ ਰੂਮ ਦੇ ਵਿੱਚ। ਇਸ ਕਰਕੇ ਗੈਸਟ ਨੂੰ ਰਹਿਣ ਦੇ ਲਈ ਇੱਕ ਸਿਕਿਉਰ ਪਲੇਸ ਦਿੰਦਾ ਆ। ਐਂਡ ਵਿਲ ਨੋਟ ਬੀ ਇਨ ਟਰਬਲ ਡਿਊਰਿੰਗ ਪੀਕ ਸੀਜ਼ਨ ਟਾਈਮ, ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਰਬਲ ਦੇ ਵਿੱਚ ਨਹੀਂ ਆਉਂਦਾ। ਪੀਕ ਸੀਜ਼ਨ ਦੇ ਵਿੱਚ ਕੋਈ ਵੀ ਟਰਬਲ ਗੈਸਟ ਨੂੰ ਦੇਖਣ ਨੂੰ ਨਹੀਂ ਮਿਲਦਾ ਜਾਂ ਨਹੀਂ ਹੋਵੇਗਾ। ਗੈਸਟ ਨੂੰ ਟਰਬਲ ਮਤਲਬ ਪਰੇਸ਼ਾਨੀ ਨਹੀਂ ਆਵੇਗੀ। ਇਫ ਰੂਮਸ ਆਰ ਨੋਟ ਅਵੇਲੇਬਲ ਐਟ ਲਾਸਟ ਟਾਈਮ, ਅਗਰ ਰੂਮ ਅਵੇਲੇਬਲ ਨਹੀਂ ਹੋਣਗੇ ਲਾਸਟ ਟਾਈਮ ਦੇ ਉੱਤੇ, ਕੀ ਕਹਿਣ ਦਾ ਭਾਵ ਇਹਦਾ ਇਹ ਕਹਿ ਰਿਹਾ ਕਿ ਅਗਰ ਗੈਸਟ ਨੇ ਪਹਿਲਾਂ ਹੀ ਰਿਜ਼ਰਵੇਸ਼ਨ ਕਰਵਾ ਕੇ ਰੱਖੀ ਹੈ ਸੋ ਉਸ ਨੂੰ ਅਗਰ ਪੀਕ ਸੀਜ਼ਨ ਵੀ ਚੱਲ ਰਿਹਾ ਹੈ, ਮਤਲਬ ਕਿ ਬਹੁਤ ਜ਼ਿਆਦਾ ਰਸ਼ ਆ ਹੋਟਲ 'ਚ, ਉਹਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਰੂਮ ਲੈਣ ਦੇ ਵਿੱਚ ਕਿਉਂਕਿ ਉਸਨੇ ਪਹਿਲਾਂ ਹੀ ਰਿਜ਼ਰਵੇਸ਼ਨ ਕਰਵਾ ਰੱਖੀ ਹੋਏਗੀ। ਸੋ ਨੈਕਸਟ ਕਹਿ ਰਿਹਾ ਰਿਜ਼ਰਵੇਸ਼ਨ ਏਜੰਟ ਸ਼ੁੱਡ ਟੇਕ ਆਲ ਡਿਟੇਲ ਅਬਾਊਟ ਗੈਸਟ, ਡੇਟ, number of person, payment mode etc। he should give confirm letter and then book the room। ਸੋ ਰਿਜ਼ਰਵੇਸ਼ਨ ਏਜੰਟ ਕੌਣ ਹੁੰਦਾ? ਜਿਹੜੇ ਰਿਜ਼ਰਵੇਸ਼ਨ ਡਿਪਾਰਟਮੈਂਟ ਨੂੰ ਹੈਂਡਲ ਕਰਦੇ ਆ, ਰਿਜ਼ਰਵੇਸ਼ਨ ਮੈਨੇਜਰ ਦੇ ਥੱਲੇ ਜਿਹੜੇ ਅਸਿਸਟੈਂਟ ਹੁੰਦੇ ਨੇ, ਉਹ ਉਹਨਾਂ ਨੂੰ ਚਾਹੀਦਾ ਹੈ ਕਿ ਗੈਸਟ ਦੀ ਡਿਟੇਲ, ਗੈਸਟ ਦੀ ਡੇਟ ਆਫ ਅਰਾਈਵਲ, ਡੇਟ ਆਫ ਡਿਪਾਰਚਰ, ਨੰਬਰ ਆਫ ਪਰਸਨ, ਪੇਮੈਂਟ ਮੋਡ ਕੈਸ਼ ਕ੍ਰੈਡਿਟ, ਇਹ ਸਾਰਾ ਕੁਝ ਜਿਹੜਾ ਲੈਣਾ ਚਾਹੀਦਾ ਆ, ਠੀਕ ਹੈ, ਲਿਖਣਾ ਚਾਹੀਦਾ ਰਿਜ਼ਰਵੇਸ਼ਨ 'ਚ। ਹੀ ਸ਼ੁੱਡ ਗਿਵ ਕਨਫਰਮੇਸ਼ਨ ਲੈਟਰ, ਫਿਰ ਉਸ ਨੂੰ ਕਨਫਰਮੇਸ਼ਨ ਲੈਟਰ ਭੇਜਣਾ ਚਾਹੀਦਾ ਕਿ ਤੇਰਾ ਰੂਮ ਬੁੱਕ ਹੋ ਚੁੱਕਿਆ। ਇਹ ਮੇਲ ਤੇ ਉਹਦੀ ਮੇਲ ਮੰਗਾਈ ਹੁੰਦੀ ਆ ਜਾਂ ਉਹਦਾ ਕੰਟੈਕਟ ਨੰਬਰ, ਉਹਦੇ ਉੱਤੇ ਕਨਫਰਮੇਸ਼ਨ ਭੇਜ ਦਿੰਦੇ ਆ ਕਿ ਹੋਟਲ 'ਚ ਆ ਕੇ ਇਹ ਦਿਖਾਓ, ਤੁਹਾਡਾ ਰੂਮ ਤੁਹਾਨੂੰ ਮਿਲ ਜਾਵੇਗਾ। ਹੋਟਲ ਵਿਲ ਗੈਟ ਏ ਰਿਕੁਐਸਟ ਫॉर ਰਿਜ਼ਰਵੇਸ਼ਨ, ਕਿਵੇਂ ਕਰੇਗਾ ਰਿਕੁਐਸਟ ਰਿਜ਼ਰਵੇਸ਼ਨ ਦੀ? ਜਦੋਂ ਉਹਨੂੰ ਕਾਲ ਆਏਗੀ ਜਾਂ ਫੈਕਸ ਆਏਗੀ, ਠੀਕ ਹੈ, ਕਾਲਿੰਗ ਕਰਦੇ ਆ, ਕੋਈ ਫੈਕਸ ਕਰਦੇ ਆ, ਇੱਦਾਂ ਉਹ ਰਿਜ਼ਰਵੇਸ਼ਨ ਬੁੱਕ ਕਰਦਾ ਆ, ਗੈਟ ਕਰਦਾ। ਆਫਟਰ ਚੈਕਿੰਗ ਦੀ ਅਵੇਲੇਬਿਲਿਟੀ ਆਫ ਰੂਮਸ ਔਨ ਦੀ ਰੂਮ ਸਟੇਟਸ ਚਾਰਟ, ਦੀ ਰਿਜ਼ਰਵੇਸ਼ਨ ਅਸਿਸਟੈਂਟ ਵਿਲ ਇਨਫੋਰਮ ਦੀ ਗੈਸਟ। ਫਿਰ ਉਹ ਦੇਖਦਾ ਕਿ ਰੂਮ ਅਵੇਲੇਬਲ ਹੈਗਾ, ਜੇ ਹੈਗਾ ਰੂਮ ਸਟੇਟਸ ਚਾਰਟ ਕੀ ਹੁੰਦਾ। ਨਾਓ ਕੁਐਸਚਨ ਆਉਂਦਾ ਰੂਮ ਸਟੇਟਸ ਚਾਰਟ ਕੀ ਆ? ਇਹ ਵੀ ਕੁਐਸਚਨ ਮੇਨ ਆ। ਰੂਮ ਸਟੇਟਸ ਚਾਰਟ ਬੱਚੇ ਹੁੰਦਾ ਆ ਜਿਹਦੇ ਉੱਤੇ ਤੁਹਾਡਾ ਰੂਮ ਦਾ ਸਟੇਟਸ ਲਿਖਿਆ ਹੁੰਦਾ ਕਿ ਕਿਹੜੀ ਡੇਟ ਨੂੰ, ਇੱਕ ਮੰਥ ਮਤਲਬ ਕਿ 12 ਦੇ 12 ਮਹੀਨਿਆਂ ਦਾ ਇੱਕ ਚਾਰਟ ਬਣਦਾ ਆ। ਉੱਤੇ ਲਿਖਿਆ ਹੁੰਦਾ ਕਿ ਕਿਹੜੀ ਡੇਟ ਨੂੰ ਕਿਹੜਾ ਰੂਮ ਬੁੱਕ ਆ, ਕਿੰਨੇ ਖਾਲੀ ਆ, ਸਵੀਟ ਰੂਮ ਕਿੰਨੇ ਆ, ਐਗਜ਼ੀਕਿਊਟਿਵ ਰੂਮ ਕਿੰਨੇ ਬੁੱਕ ਆ। ਸਵੀਟ ਰੂਮ ਦੇ ਵਿੱਚ ਇੱਕ ਹੁੰਦਾ ਆ ਪ੍ਰੈਜ਼ੀਡੈਂਸ਼ੀਅਲ ਸਵੀਟ, ਠੀਕ ਹੈ,
ਜਿਹੜਾ ਸਵੀਟ ਰੂਮ ਤੋਂ ਉੱਪਰ ਹੁੰਦਾ, ਲਗਜ਼ਰੀ ਰੂਮ ਜਿਹਨੂੰ ਕਹਿ ਸਕਦੇ ਆ, ਇਹ ਸਾਰਾ ਚੈੱਕ ਕਰਕੇ ਫਿਰ ਉਹ ਗੈਸਟ ਨੂੰ ਦੱਸਦਾ ਕਿ ਸਰ ਤੁਸੀਂ 15 ਜਨਵਰੀ ਨੂੰ ਰੂਮ ਬੁੱਕ ਕਰਵਾਉਣਾ ਹੈ, ਕਿੰਨੇ ਕਰਵਾਉਣੇ, 8 ਕਰਵਾਉਣੇ ਆ ਸਰ, ਸਾਡੇ ਕੋਲ 6 ਅਵੇਲੇਬਲ, ਤੁਹਾਨੂੰ 6 ਮਿਲ ਸਕਦੂਗੇ। ਉਸ ਤੋਂ ਇਲਾਵਾ ਸਵੀਟ ਰੂਮ ਹੈਗੇ ਸਰ ਸਾਡੇ ਕੋਲ, ਅਗਰ ਤੁਸੀਂ ਉਹ ਲੈਣੇ ਉਹਦਾ ਚਾਰਜਰ ਇੰਨਾ ਪਏਗਾ, ਇੰਨਾ, ਮਤਲਬ ਕਿ ਸਭ ਕੁਝ ਦੱਸਿਆ ਜਾਂਦਾ ਹੈ ਰੂਮ ਸਟੇਟਸ ਚਾਰਟ ਤੋਂ ਦੇਖ ਕੇ। ਗੈਸਟ ਨੂੰ ਰਿਜ਼ਰਵੇਸ਼ਨ ਅਸਿਸਟੈਂਟ ਜਿਹੜਾ ਹੁੰਦਾ ਆ ਉਹ ਇਨਫੋਰਮ ਕਰਦਾ ਗੈਸਟ ਨੂੰ ਰੂਮਸ ਬਾਰੇ। ਫਿਰ ਜਦੋਂ ਰੂਮ ਬੁੱਕ ਹੋ ਜਾਂਦੇ ਫਿਰ ਕਨਫਰਮੇਸ਼ਨ ਲੈਟਰ ਸੈਂਡ ਕੀਤਾ ਜਾਂਦਾ ਆ। ਗੈਸਟ ਜਿਹੜਾ ਚੈੱਕ ਕਰੇਗਾ ਸਾਰੀ ਡਿਟੇਲ, ਠੀਕ ਹੈ, ਫਿਰ ਉਹ ਪੇਮੈਂਟ ਬਣਾਏਗਾ, ਪੇਮੈਂਟ ਦਵੇਗਾ ਰਿਜ਼ਰਵੇਸ਼ਨ, ਤੇ ਪੇਮੈਂਟ ਦੇਣਾ ਜ਼ਰੂਰੀ ਹੁੰਦਾ, ਉਹਨੂੰ ਕਨਫਰਮੇਸ਼ਨ ਰਿਜ਼ਰਵੇਸ਼ਨ ਕਹਿੰਦੇ, ਅੱਗੇ ਦੱਸੀ ਜਾਊਗੀ। ਫਿਰ ਕੈਂਸਲੇਸ਼ਨ ਪੋਲਿਸੀਜ਼ ਹੁੰਦੀਆਂ ਆ, ਗੈਸਟ ਨੂੰ ਦੱਸੀਆਂ ਜਾਂਦੀਆਂ ਕਿ ਅਗਰ ਤੁਸੀਂ ਕੈਂਸਲ ਕਰਵਾਉਂਦੇ ਹੋ ਰੂਮ ਐਟ ਏ ਟਾਈਮ ਦੇ ਉੱਤੇ, ਤੁਹਾਡੇ ਇੰਨਾ ਜਿਹੜਾ ਪੈਸੇ ਕੱਟਣਗੇ ਤੇ ਤੁਹਾਨੂੰ ਬਾਕੀ ਪੈਸੇ ਰਿਫੰਡ ਕਰ ਦਿੱਤੇ ਜਾਣਗੇ, ਥੋੜੀ ਕਟਿੰਗ ਕਰਕੇ। ਕੈਂਸਲੇਸ਼ਨ ਪੋਲਿਸੀ ਵਿੱਚ ਕਟਿੰਗ ਦੱਸੀ ਹੁੰਦੀ ਆ ਕੁਝ। ਸੋ ਆਹ ਦੇਖੋ ਟਾਈਪਸ ਆਫ ਰਿਜ਼ਰਵੇਸ਼ਨ ਚ 3 ਤਰ੍ਹਾਂ ਦੀ ਰਿਜ਼ਰਵੇਸ਼ਨ ਕਹੀ ਗਈ ਹੈ। ਟੈਂਟੇਟਿਵ, ਕਨਫਰਮਡ ਜਿਹਦੇ ਵਿੱਚ ਗਰੰਟੀ ਨॉन ਗਰੰਟਿਡ ਆ ਗਈ, ਤੇ ਵੇਟ ਲਿਸਟਡ। ਆਓ ਅੱਗੇ ਇਸ ਬਾਰੇ ਚਰਚਾ ਕਰਦੇ ਹਾਂ। ਟੈਂਟੇਟਿਵ ਰਿਜ਼ਰਵੇਸ਼ਨ ਕੀ ਹੁੰਦੀ ਹੈ? ਇਟ ਮੀਨਸ ਹੋਟਲ ਹੈਜ਼ ਬਲੌਕਡ ਦੀ ਰੂਮ ਫॉर ਗੈਸਟ ਔਨ ਹਿਜ਼ ਰਿਜ਼ਰਵੇਸ਼ਨ ਰਿਕੁਐਸਟ। ਠੀਕ ਹੈ, ਉਹਨੇ ਰਿਕੁਐਸਟ ਕੀਤੀ ਰਿਜ਼ਰਵੇਸ਼ਨ ਦੀ, ਗੈਸਟ ਨੇ, ਹੋਟਲ ਦੇ ਨੇ ਰੂਮ ਬੁੱਕ ਕਰ ਲਿਆ, ਠੀਕ ਹੈ, ਬਲੌਕ ਕਰ ਲਿਆ। ਇਟ ਇਜ਼ ਹੋਲਡ ਟਿਲ ਏ ਪਾਰਟੀਕੂਲਰ ਡੇਟ, ਇਹ ਇੱਕ ਟਾਈਮ ਦੇ ਉੱਤੇ ਬਲੌਕ ਕੀਤਾ ਗਿਆ, ਕਿਹੜੀ ਡੇਟ ਤੇ? ਆਫਟਰ ਦਿਸ ਡੇਟ ਦੀ ਗੈਸਟ ਹੈਜ਼ ਟੂ ਪੇ ਦੀ ਅਮਾਊਂਟ ਐਂਡ ਮੇਕ ਇਟ ਕਨਫਰਮਡ ਰਿਜ਼ਰਵੇਸ਼ਨ। ਕਹਿਣ ਤਾਂ ਭਾਵ ਗੈਸਟ ਕਹਿੰਦਾ ਕਿ ਫਰਵਰੀ ਮਹੀਨੇ ਮੇਰੇ ਗੈਸਟ ਹੋਣੇ, ਮੇਰਾ ਰੂਮ ਬੁੱਕ ਕਰ ਲਓ, ਹੋਟਲ ਕਹਿੰਦਾ ਹੋਲਡ ਕਰ ਲੈਨੇ ਸਰ, ਤੇ ਜੇ ਕਨਫਰਮ ਹੋਏਗਾ ਤੁਹਾਨੂੰ ਤੁਸੀਂ ਦੱਸ ਦਿਓ, ਅਸੀਂ ਉਸ ਵੇਲੇ ਕਨਫਰਮ ਕਰ ਦਾਂਗੇ। ਹਾਲੇ ਹੋਲਡ ਕੀਤਾ ਆ, ਕਨਫਰਮ ਨਹੀਂ ਕੀਤਾ। ਫਿਰ ਉਹ ਕਹਿੰਦੇ ਕਿ ਗੈਸਟ ਨੂੰ ਫੋਨ ਕਰਤਾ ਜਾਂਦਾ ਫਰਵਰੀ ਮਹੀਨੇ 2-3 ਦਿਨ ਪਹਿਲਾਂ ਕਿ ਸਰ ਤੁਸੀਂ ਰੂਮ ਹੋਲਡ ਕਰਵਾਇਆ ਸੀਗਾ, ਬੁੱਕ ਕਰ ਦਿਓ, ਕਹਿੰਦਾ ਕਰ ਦਿਓ। ਫਿਰ ਉਹਦੇ ਕੋਲ ਕੁਝ ਅਮਾਊਂਟ ਲਈ ਜਾਂਦੀ ਆ ਤੇ ਰੂਮ ਕਨਫਰਮ ਕਰ ਦਿੱਤਾ ਜਾਂਦਾ ਆ। ਅਦਰਵਾਈਜ਼ ਕੈਂਸਲੇਸ਼ਨ ਦੇ ਵਿੱਚ ਪਾ ਦਿੱਤਾ ਜਾਂਦਾ ਰੂਮ, ਕਿ ਅਗਰ ਗੈਸਟ ਕਹਿੰਦਾ ਨਹੀਂ ਮੇਰੇ ਗੈਸਟ ਨਹੀਂ ਆ ਰਹੇ ਹੈਗੇ ਮੇਰੇ, ਸੋ ਉਹਲੇ ਕੈਂਸਲ ਕਰ ਦਿੱਤਾ ਜਾਂਦਾ ਹੈ। ਇਹਨੂੰ ਕਹਿੰਦੇ ਆ ਟੈਂਟੇਟਿਵ ਰਿਜ਼ਰਵੇਸ਼ਨ। ਵੇਟ ਲਿਸਟਸ ਦੇ ਵਿੱਚ ਕੀ ਹੁੰਦਾ ਆ ਕਿ ਉਸ ਵੇਲੇ ਗੈਸਟ ਰੂਮ, ਜਿੱਦਾਂ ਹੁਣ ਕਹਿੰਦੇ ਕਿ ਰੂਮ ਮੰਗਿਆ ਗੈਸਟ ਨੇ ਹੋਟਲ ਤੋਂ ਕਿ ਰੂਮ ਚਾਹੀਦਾ ਮੈਨੂੰ, ਗੈਸਟ ਫਰਵਰੀ ਮਹੀਨੇ ਦੀ 3 ਤਰੀਕ ਨੂੰ ਰੂਮ ਚਾਹੀਦਾ, ਜਨਵਰੀ ਮਹੀਨਾ ਚੱਲ ਰਿਹਾ। ਫਿਰ ਉਹ ਰਿਜ਼ਰਵੇਸ਼ਨ ਵਾਲਾ ਚੈੱਕ ਕਰੇਗਾ, ਉਹ ਕਹੇਗਾ ਕਿ ਸਰ ਐਕਚੁਅਲੀ ਹਜੇ ਵੇਟ ਲਿਸਟਡ ਚੱਲ ਰਹੇ ਆ, ਅਗਰ ਕੋਈ ਕੈਂਸਲੇਸ਼ਨ ਦੀ ਆਉਂਦੀ ਆ ਕਾਲ, ਸੋ ਅਸੀਂ ਤੁਹਾਨੂੰ ਰੂਮ ਪ੍ਰੋਵਾਈਡ ਕਰ ਸਕਦੇ, ਅਦਰਵਾਈਜ਼ ਰੂਮ ਨਹੀਂ ਹੈਗਾ, ਵੇਟ ਲਿਸਟਡ ਵਿੱਚ ਆ। ਜਿਵੇਂ ਕਿ ਟ੍ਰੇਨਾਂ ਦੀਆਂ ਟਿਕਟਾਂ ਵੇਟ ਲਿਸਟਡ ਵਿੱਚ ਹੁੰਦੀਆਂ ਨੇ, ਉਸੇ ਤਰ੍ਹਾਂ ਵੇਟ ਲਿਸਟਡ ਦੇ ਵਿੱਚ ਰੂਮ ਵੀ ਚੱਲਦੇ ਨੇ, ਠੀਕ ਹੈ। ਫਿਰ ਜਦੋਂ ਕੈਂਸਲੇਸ਼ਨ ਕੋਈ ਆਉਂਦੀ ਆ ਤੇ ਫਿਰ ਕੋਲ ਕੀਤੀ ਜਾਂਦੀ ਹੈ, ਇਹਨਾਂ ਨੂੰ ਕਨਫਰਮ ਕਰਨ ਦੇ ਲਈ ਕਨਫਰਮ ਕਰ ਦਿੱਤਾ ਜਾਂਦਾ ਆ। ਓਕੇ, ਸੋ ਇਹ ਜ਼ਿਆਦਾਤਰ ਸੀਜ਼ਨ ਦੇ ਵਿੱਚ ਹੁੰਦਾ, ਜਿਵੇਂ ਕੋਈ ਫੈਸਟੀਵਲ ਹੋਵੇ, ਦੀਵਾਲੀ ਜਾਂ ਨਿਊ ਈਅਰ ਸੈਲੀਬ੍ਰੇਸ਼ਨ ਦੇ ਵਿੱਚ ਇਦਾਂ ਦੀ ਜਿਹੜੀ ਵੇਟ ਲਿਸਟਡ ਵਾਲੀ ਜਿਹੜੀ ਕਮਾਂਡ ਆਉਂਦੀ ਆ। ਗਰੰਟਿਡ ਰਿਜ਼ਰਵੇਸ਼ਨ ਕੀ ਹੁੰਦੀ ਹੈ? ਗਰੰਟੀ ਰਿਜ਼ਰਵੇਸ਼ਨ ਹੁੰਦੀ ਆ ਕਿ ਗੈਸਟ ਨੇ ਰੂਮ ਬੁੱਕ ਕਰਵਾਇਆ ਤੇ ਉਹਦੇ ਲਈ ਪੇਡ ਵੀ ਕਰ ਦਿੱਤਾ ਆ, ਉਹਨੂੰ ਕਹਿੰਦੇ ਆ ਕਨਫਰਮਡ ਰਿਜ਼ਰਵੇਸ਼ਨ, ਕਿ ਗੈਸਟ ਨੇ ਕਨਫਰਮਡ ਰਿਜ਼ਰਵੇਸ਼ਨ ਕਰਾਈ ਆ, ਹੁਣ ਹੋਟਲ ਜਿਹੜਾ ਰੂਮ ਹੋਲਡ ਕਰੂਗਾ ਤੇ ਗੈਸਟ ਰਿਲੀਜ਼ ਕਰਵਾਏਗਾ ਤੇ ਉਹਨੂੰ ਫਿਰ ਕੈਂਸਲੇਸ਼ਨ ਦੀ ਲੱਗੂਗੀ, ਅਮਾਊਂਟ ਲੱਗੂਗੀ ਅਗਰ ਕੈਂਸਲੇਸ਼ਨ ਕਰਵਾਉਂਦਾ ਆ। ਇਹਦੇ ਵਿੱਚ ਕੀ ਕਹਿੰਦੇ, ਉਹਨੂੰ ਅਲਾਉ ਕੀਤਾ ਜਾਂਦਾ ਹੈ, ਕੰਟਰੈਕਟ ਐਗਰੀਮੈਂਟ ਸਾਈਨ ਕਰਵਾਇਆ ਜਾਂਦਾ ਆ, ਤੇ ਪ੍ਰੀ ਪੇਮੈਂਟ ਕੀਤੀ ਜਾਂਦੀ ਹੈ, ਪਹਿਲਾਂ ਪੇਮੈਂਟ ਲੈ ਲਈ ਜਾਂਦੀ, ਕੁਝ ਪੇਮੈਂਟ ਪਹਿਲਾਂ ਲਈ ਜਾਂਦੀ ਹੈ 30% 40%, ਇਟਸ ਡਿਪੈਂਡ ਔਨ ਦੀ SOP ਆਫ ਦੀ ਹੋਟਲ। ਇਸੇ ਗਰੰਟੀ ਰਿਜ਼ਰਵੇਸ਼ਨ, ਠੀਕ ਹੈ, ਮੈਂ ਦੱਸ ਚੁੱਕਾ। ਨੋਨ ਗਰੰਟੀ ਰਿਜ਼ਰਵੇਸ਼ਨ ਕੀ ਹੁੰਦੀ ਆ? ਨੋਨ ਗਰੰਟੀ ਰਿਜ਼ਰਵੇਸ਼ਨ ਹੁੰਦੀ ਹੈ ਕਿ ਗੈਸਟ ਨੇ ਰੂਮ ਕਨਫਰਮ ਕਰਵਾਇਆ ਬਟ ਕੋਈ ਵੀ ਪੇਮੈਂਟ ਨਹੀਂ ਕੀਤੀ ਐਡਵਾਂਸ ਦੇ ਵਿੱਚ, ਉਹਦਾ ਹੋਲਡ ਰੂਮ ਰਹਿੰਦਾ ਹੈ ਕੈਂਸਲੇਸ਼ਨ ਘੰਟੇ, ਜਦੋਂ ਤੱਕ ਕੈਂਸਲੇਸ਼ਨ ਨਹੀਂ ਹੋਣੀ ਉਦੋਂ ਤੱਕ ਉਹਦਾ ਹੋਲਡ ਤੇ ਪਿਆ ਰਹਿੰਦਾ ਆ। ਇਹ ਜ਼ਿਆਦਾਤਰ ਨੋਨ ਗਰੰਟਿਡ ਰੂਮ ਕਰਦੇ ਆ ਬੁੱਕ ਕਿਸੇ ਖਾਸ ਪਰਸਨ ਦਾ, ਹੋਟਲ ਵਾਲਿਆਂ ਦਾ, ਜਾਂ ਫਿਰ ਕੋਈ ਜਿਹਨੂੰ ਕਹਿ ਸਕਦੇ ਆ ਕਿ ਜਿਹਦੇ ਤੇ ਭਰੋਸਾ ਹੋਏ ਕਿ ਉਹਨੇ ਰੂਮ ਲੈ ਲੈਣਾ ਆ, ਉਹਦਾ ਅਸੀਂ ਨੋਨ ਗਰੰਟੀ ਰਿਜ਼ਰਵੇਸ਼ਨ ਕਰ ਲਈਦੀ ਆ, ਔਰ ਕੋਈ ਪੇਮੈਂਟ ਨਹੀਂ ਲਈ ਜਾਂਦੀ। ਅਗਰ ਉਹ ਕੈਂਸਲ ਕਰਵਾਉਂਦਾ ਆ ਤੇ ਉਹ ਰਿਲੀਜ਼ ਕਰਕੇ ਕਿਸੇ ਵਾਕ ਇਨ ਗੈਸਟ ਨੂੰ ਦੇ ਦਿੱਤਾ ਜਾਂਦਾ ਆ। ਇਹ ਜ਼ਿਆਦਾਤਰ ਆਫ ਸੀਜ਼ਨ ਵਿੱਚ ਇਹ ਨੋਨ ਗਰੰਟਡ ਬੁਕਿੰਗ ਕੀਤੀ ਜਾਂਦੀ ਆ। ਅੱਗੇ ਆ ਗਿਆ ਰਿਜ਼ਰਵੇਸ਼ਨ ਦੇ ਮੋਡਸ ਕਿਹੜੇ ਕਿਹੜੇ, ਕਿਸ ਕਿਸ ਤਰੀਕੇ ਦੇ ਨਾਲ ਰਿਜ਼ਰਵੇਸ਼ਨ ਕੀਤੀ ਜਾ ਸਕਦੀ ਹੈ। ਇਹਦੇ ਵਿੱਚ ਰਿਟਨ ਮੋਡ ਤੇ ਵਰਬਲ ਮੋਡ। ਰਿਟਨ ਮੋਡ ਲਿਖ ਕੇ ਕਿਹੜੇ ਕਿਹੜੇ ਤਰੀਕੇ ਨਾਲ ਕਰਵਾ ਰਹੇ ਆ, ਲੈਟਰ ਭੇਜ ਰਿਹਾ ਗੈਸਟ, ਫੈਕਸ ਕਰ ਰਿਹਾ ਆ, ਟੈਲੈਕਸ ਕਰ ਰਿਹਾ ਆ, ਠੀਕ ਹੈ, ਮੇਲ ਕਰ ਰਿਹਾ ਹੈਗਾ, ਠੀਕ ਹੈ। ਲੈਟਰ, ਫੈਕਸ, ਟੈਲੈਕਸ ਇਜ਼
ਵਰਡ ਜਿਹੜਾ ਫੈਕਸ ਦੀ ਤਰ੍ਹਾਂ ਹੀ ਟੈਲੈਕਸ ਕੀਤਾ ਜਾਂਦਾ ਹੈ, ਮੇਲ ਕਰ ਰਿਹਾ ਹੈ ਰਿਟਨ ਮੋਡ ਦੇ ਵਿੱਚ। ਵਰਬਲੀ ਮੋਡ ਦੇ ਵਿੱਚ ਪਰਸਨ ਖੁਦ ਆ ਰਿਹਾ ਹੈ ਹੋਟਲ ਦੇ ਵਿੱਚ ਤੇ ਰੂਮ ਬੁੱਕ ਕਰ ਰਿਹਾ, ਤੇ ਫੋਨ ਦੇ ਥਰੂ ਬੁਕਿੰਗ ਕਰਵਾ ਰਿਹਾ ਆ। ਇਹ ਵਰਬਲ ਮੋਡ ਦੇ ਵਿੱਚ ਆ ਗਿਆ। ਇਹ ਮੋਡਸ ਆਫ ਰਿਜ਼ਰਵੇਸ਼ਨ। ਸੋਰਸ ਆਫ ਰਿਜ਼ਰਵੇਸ਼ਨ, ਕਿਸ ਕਿਸ ਤਰੀਕੇ ਦੇ ਨਾਲ ਰਿਜ਼ਰਵੇਸ਼ਨ ਹੁੰਦੀ ਆ, ਇਹ ਮੈਂ ਇੱਥੇ ਹੀ ਸਮਝਾ ਦੇਣਾ, ਅੱਗੇ ਦਾ ਪੂਰਾ ਦਿੱਤਾ ਹੋਇਆ, ਬਟ ਮੈਂ ਤੁਹਾਨੂੰ ਇੱਥੋਂ ਦੱਸ ਦਿੰਦਾ ਕਿ ਹੁੰਦੀ ਕਿਹੜੀ ਕਿਹੜੀ ਆ। ਤੁਸੀਂ ਅੱਗੇ ਇਸ ਨੂੰ ਪੜ੍ਹ ਸਕਦੇ ਹੋ, ਮੈਂ ਭੇਜ ਚੁੱਕਾ ਨੋਟਸ। ਡਾਇਰੈਕਟ ਰਿਜ਼ਰਵੇਸ਼ਨ, ਗੈਸਟ ਖੁਦ ਹੋਟਲ ਦੇ ਵਿੱਚ ਆ ਕੇ ਰਿਜ਼ਰਵੇਸ਼ਨ ਕਰਵਾਉਂਦਾ ਆ। ਏਜੰਸੀ ਥਰੂ ਰਿਜ਼ਰਵੇਸ਼ਨ ਹੁੰਦੀ, ਜਿਹਦੇ ਵਿੱਚ ਟਰੈਵਲ ਏਜੰਸੀ, ਟੂਰ ਆਪਰੇਟਰ ਜਾਂ 에ਅਰਲਾਈਨਸ ਜਿਹੜੇ ਹੈਗੇ ਆ ਉਹ ਬੁੱਕ ਕਰਦੇ ਆ। ਮਤਲਬ ਕਿ ਕੋਈ ਗੈਸਟ ਆ ਰਿਹਾ ਹੈ ਟਰੈਵਲਿੰਗ ਦੇ ਥਰੂ, ਟਰੈਵਲ ਏਜੰਸੀ ਨਾਲ ਉਹਨੇ ਕੰਟਰੈਕਟ ਕੀਤਾ, ਫਿਰ ਉਹ ਹੋਟਲ ਨੂੰ ਕੰਟਰੈਕਟ ਕੀਤੇ, ਕਿਉਂਕਿ ਉਹਨੇ ਹੋਟਲ ਤੋਂ ਉਹ ਕੀਤਾ ਹੁੰਦਾ ਕਿ ਤੁਸੀਂ ਮੈਨੂੰ ਇੰਨਾ ਪੈਸਾ ਪੇ ਕਰਨਾ ਇੱਕ ਪਰਸਨ ਦਾ, ਠੀਕ ਹੈ। ਸੋ ਉਹ ਪ੍ਰੋਫਿਟ ਕਮਾਉਂਦਾ ਟਰੈਵਲ ਏਜੰਸੀ ਵਾਲਾ। CRC ਸੈਂਟਰਲ ਰਿਜ਼ਰਵੇਸ਼ਨ ਸਿਸਟਮ ਹੁੰਦਾ, ਇਹ ਚੇਨ ਹੋਟਲਾਂ ਦੇ ਵਿੱਚ ਜ਼ਿਆਦਾਤਰ ਕੀਤਾ ਜਾਂਦਾ ਆ, ਕਿ ਹਰ ਹੋਟਲ ਦਾ ਇੱਕ ਚੇਨ ਹੋਟਲ ਹੁੰਦਾ, ਜਿਵੇਂ ਹਯਾਤ ਰੀਜੈਂਸੀ ਗੁੜਗਾਉਂ, ਹਯਾਤ ਵਾਲੀ ਚੇਨ ਆ ਗਈ, ਠੀਕ ਹੈ। ਉੱਥੇ ਅਸੀਂ ਸੈਂਟਰਲ ਰਿਜ਼ਰਵੇਸ਼ਨ ਕੀਤੀ ਜਾਂਦੀ, ਤੇ ਉਹ ਆਪਣੇ ਹਿਸਾਬ ਦੇ ਨਾਲ ਅੱਗੇ ਅੱਗੇ ਤੁਹਾਨੂੰ ਜਿਹੜੀ ਜਗ੍ਹਾ ਤੁਸੀਂ ਜਾਣਾ ਆ ਉੱਥੇ ਆਪਣੇ ਹੋਟਲਾਂ ਦੇ ਵਿੱਚ ਉਹ ਰੂਮ ਪ੍ਰੋਵਾਈਡ ਕਰਦੇ ਆ। ਮਤਲਬ ਹਰ ਹੋਟਲਾਂ ਦਾ ਇੱਕ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਬਣਾਇਆ ਹੁੰਦਾ ਆ। ਉਹ ਹੋਟਲਾਂ ਵਿੱਚ ਰਿਜ਼ਰਵੇਸ਼ਨ ਨਹੀਂ ਹੁੰਦੀ, ਉਹ ਰਿਜ਼ਰਵੇਸ਼ਨ ਸੈਂਟਰਲਾਈਜ਼ਡ ਰਿਜ਼ਰਵੇਸ਼ਨ ਸਿਸਟਮ ਥਰੂ ਹੁੰਦੀ ਆ। ਗਲੋਬਲ GDS ਹੁੰਦਾ, ਗਲੋਬਲ ਡਿਸਟ੍ਰੀਬਿਊਟਡ ਸਿਸਟਮ। ਇਹਦੇ ਵਿੱਚ ਗਲੋਬਲੀ ਜਿਹੜੀ ਆ ਇੱਕ ਕਮਾਂਡ ਦਿੱਤੀ ਜਾਂਦੀ ਹੈ, ਗਲੋਬਲੀ ਇੱਕ ਮਤਲਬ ਕਹਿ ਲਓ ਇੱਕ ਜਗ੍ਹਾ ਬਣਾਈ ਜਾਂਦੀ ਹੈ ਕਿ ਗਲੋਬਲੀ ਆਪਾਂ ਕਿਤੇ ਵੀ ਰਿਜ਼ਰਵੇਸ਼ਨ ਕਰਵਾ ਸਕਦੇ ਹਾਂ ਕਿਸੇ ਵੀ ਹੋਟਲ ਦੀ। ਇਹ ਇੱਕ ਗੌਰਮੈਂਟ ਵੱਲੋਂ ਅਪਰੂਵਡ GDS ਹੁੰਦਾ ਆ। ਗਲੋਬਲੀ ਆਪਾਂ ਕਿਤੇ ਵੀ ਜਾਣਾ, ਆਪਾਂ GDS ਤੋਂ ਰਿਜ਼ਰਵੇਸ਼ਨ ਕਰਵਾਉਂਦੇ ਆ, ਉਹ ਸਾਨੂੰ ਰੇਟਸ ਸਭ ਕੁਝ ਦੱਸਦੇ ਆ। ਕੋਰਪੋਰੇਟਿਵ ਬੋਡੀਜ਼, ਇਹਦੇ ਵਿੱਚ ਕੀ ਹੁੰਦਾ, ਕੰਪਨੀਜ਼, NGO ਜਾਂ ਇੰਸਟੀਟਿਊਟਸ ਜਿਹੜੇ ਨੇ, ਉਹਨਾਂ ਦੇ ਜਿਹੜੇ ਫੰਕਸ਼ਨਸ ਹੁੰਦੇ ਨੇ ਉਹਨਾਂ ਦੀ ਬੁਕਿੰਗ ਕਰਵਾਉਂਦੇ ਨੇ। ਇਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ ਕੋਰਪੋਰੇਟ ਵਾਲਿਆਂ ਨੂੰ। ਜਿਵੇਂ ਪੰਜਾਬ ਦੀ ਗੱਲ ਕਰੀਏ, LPU, ਸਿਟੀ ਗਰੁੱਪ ਆਫ ਇੰਸਟੀਟਿਊਟ, ਮਾਡਰਨ ਗਰੁੱਪ ਆਫ ਕਾਲਜਸ, ਇੱਦਾਂ ਇਹਨਾਂ ਦੇ ਜਦੋਂ ਕੋਈ ਖਾਸ ਪ੍ਰੋਗਰਾਮ ਹੁੰਦੇ ਤਾਂ ਇਹ ਬੁਕਿੰਗ ਕਰਵਾਉਂਦੇ ਨੇ ਹੋਟਲਾਂ ਵਿੱਚ, ਤੇ ਇਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ, ਕਿਉਂਕਿ ਇਹ ਕੋਰਪੋਰੇਟਿਵ ਇਹਨਾਂ ਦੇ ਗੈਸਟ ਆਉਂਦੇ ਹੀ ਰਹਿੰਦੇ ਆ ਜ਼ਿਆਦਾਤਰ ਹਰ ਹਫਤੇ। ਗਵਰਨਮੈਂਟ ਜਿਹੜਾ ਹੈ, ਅਗਰ ਕੋਈ ਗਵਰਨਮੈਂਟ ਪੋਲਿਸੀਜ਼ ਦੇ ਥਰੂ ਕੋਈ ਗਵਰਨਮੈਂਟ ਦਾ ਬੰਦਾ ਆਉਂਦਾ ਹੈ ਹੋਟਲ ਦੇ ਵਿੱਚ, ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ। ਇਸ ਕਰਕੇ ਗਵਰਨਮੈਂਟ ਦੇ ਥਰੂ ਵੀ ਰਿਜ਼ਰਵੇਸ਼ਨ ਹੁੰਦੀ ਆ। ਹੋਟਲ ਵੈਬਸਾਈਟ ਇਹ ਸਾਰਿਆਂ ਨੂੰ ਪਤਾ ਆ, ਹੋਟਲ ਦੀਆਂ ਕਾਫੀ ਵੈਬਸਾਈਟਸ ਹੁੰਦੀਆਂ ਜਿਹੜੀਆਂ ਹੋਟਲ ਦੀਆਂ ਆਪਣੀਆਂ ਵੀ ਹੁੰਦੀਆਂ ਆ। ਉਸ ਤੋਂ ਇਲਾਵਾ ਕਈ ਵੈਬਸਾਈਟ ਜਿੱਦਾਂ ਹੋ ਗਿਆ goibibo.com ਹੋ ਗਿਆ, ਠੀਕ ਹੈ। ਇਸ ਤਰੀਕੇ ਦੇ ਨਾਲ booking.com ਹੋ ਗਿਆ, ਇੱਦਾਂ ਦੀਆਂ ਵੀ ਵੈਬਸਾਈਟਸ ਹੁੰਦੀਆਂ ਜਿਨ੍ਹਾਂ ਤੋਂ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਇਹ ਸਭ ਜਿਹੜਾ ਮੈਂ ਦੱਸ ਚੁੱਕਾ। ਠੀਕ ਹੈ, ਆ ਸੀਗਾ ਅੱਜ ਦਾ ਤੁਹਾਡਾ ਰਿਜ਼ਰਵੇਸ਼ਨ।